ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ। ਅੱਜ ਦੇ ਟੌਪਿਕ ਦੇ ਵਿੱਚ ਅਸੀਂ ਜੋ ਪੰਜਾਬੀ ਭਾਸ਼ਾ ਦੀਆਂ ਰਚਿਤ ਰਚਨਾਵਾਂ ਨੇ ਜਾਂ ਫਾਰਸੀ ਭਾਸ਼ਾ ਦੀਆਂ ਰਚਨਾਵਾਂ ਨੇ ਉਹਦੇ ਬਾਰੇ ਡੀਪਲੀ ਦੇ ਵਿੱਚ ਜਾਵਾਂਗੇ, ਕਿਉਂਕਿ ਇਹਦੇ ਵਿੱਚ ਕੀ ਹੈ, ਕੋਈ MCQs ਨਹੀਂ ਹਨ। ਇਹਦੇ ਵਿੱਚ ਇਹਦਾ ਕਨਸੈਪਟ ਕਲੀਅਰ ਕਰਾਇਆ ਗਿਆ ਹੈ। ਤੁਸੀਂ ਕਹੋਗੇ ਕਿ ਹਾਂ ਇਹ ਚੀਜ਼ ਬੋਰੀਅਤ ਹੈ, ਬਟ ਤੁਸੀਂ ਜੇਕਰ ਕੋਈ ਵੀ ਪੰਜਾਬ ਦਾ ਐਗਜ਼ਾਮ ਦੇ ਰਹੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਕੀ ਹੈ 2 ਨੰਬਰ ਦੇ ਇਹ ਕੀ ਹੈ ਇਹਦੇ ਵਿੱਚੋਂ ਕੁਐਸਚਨ ਬਣਦੇ ਦਿਖਾਈ ਦਿੰਦੇ ਹਨ। ਹੋ ਸਕਦਾ ਤੁਹਾਡੇ 3 4 5 ਵੀ ਕਲੀਅਰ ਹੋ ਜਾਣ, ਕਿਉਂਕਿ ਇਹਦੇ ਵਿੱਚ ਕੀ ਹੈ ਪੂਰਾ ਕਨਸੈਪਟ ਕਲੀਅਰ ਕਰਵਾਇਆ ਗਿਆ ਹੈ। ਕੀਵਰਡਸ ਦਿੱਤੇ ਗਏ ਹਨ, ਉਹਨਾਂ ਤੋਂ ਬਹੁਤ ਸਾਰੇ MCQs ਬਣਦੇ ਹਨ। ਜੇਕਰ ਤੁਸੀਂ ਇਸ ਚੀਜ਼ ਨੂੰ ਪੜ੍ਹਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ। ਜੇਕਰ ਵਾਕਿਆ ਹੀ ਤੁਸੀਂ ਇਹ ਚੀਜ਼ ਨੂੰ ਸਿੱਖਣਾ ਚਾਹੁੰਦੇ ਹੋ ਕਿ ਪੰਜਾਬੀ ਭਾਸ਼ਾ 'ਚ ਜਿਹੜੀਆਂ ਰਚਨਾਵਾਂ ਹੋਈਆਂ ਨੇ ਜਾਂ ਫਾਰਸੀ ਭਾਸ਼ਾ ਦੇ ਵਿੱਚ ਐਗਜ਼ਾਮ ਦੇ ਵਿੱਚ ਆ ਜਾਂਦਾ ਹੈ, ਜਿਵੇਂ ਜਗਨਨਾਮਾ ਕਿਹਦੀ ਹੈ, ਚੰਡੀ ਦੀ ਵਾਰ, ਇਸ ਤਰ੍ਹਾਂ ਦੀ ਕੁਛ ਹੁੰਦੇ ਹਨ ਨਾ ਪੁਆਇੰਟ, ਉਹ ਕੀ ਹਨ, ਇਹ ਸਾਰੀਆਂ ਰਚਨਾਵਾਂ ਹਨ। ਤਾਂ ਚੱਲਦੇ ਹਾਂ ਆਪਾਂ ਇਹਨਾਂ ਦੇ ਕਨਸੈਪਟ ਦੇ ਵੱਲ। ਜਿਹੜਾ ਸਭ ਤੋਂ ਪਹਿਲਾਂ ਜੋ ਸਾਡੀ ਹੈ ਪੰਜਾਬੀ ਭਾਸ਼ਾ ਵਿੱਚ ਰਚਿਤ ਰਚਨਾਵਾਂ ਦੀ ਗੱਲ ਕਰਾਂਗੇ। ਇਹ ਜੋ ਟੋਟਲ ਹਨ ਉਹ ਪੂਰੀਆਂ ਮੇਨ ਦੇ ਵਿੱਚ ਦਿੱਤੀਆਂ ਗਈਆਂ ਹਨ। ਜਿਵੇਂ ਪਹਿਲੀ ਹੈ ਤਵਾ ਖੀਰ ਗੁਰੂ ਖਾਲਸਾ, ਠੀਕ ਹੈ। ਇਹ ਪਹਿਲੀ ਰਚਨਾ ਹੈ। ਇਹ ਕਿਹਨੇ ਲਿਖੀ, ਕਦੋਂ ਲਿਖੀ, ਕਿਵੇਂ ਲਿਖੀ, ਇਹ ਸਾਰੀ ਇਹਨਾਂ ਦੀ ਗੱਲ ਇਹਦੇ ਵਿੱਚ ਕਲੀਅਰ ਕਰਵਾਈ ਜਾਵੇਗੀ। ਕਿਉਂ ਲਿਖੀ, ਕਿਹਦੇ ਲਈ ਲਿਖੀ ਗਈ, ਸਾਰੇ ਤੁਹਾਡੇ ਹੱਲ ਇਹਦੇ ਵਿੱਚੋਂ ਤੁਹਾਨੂੰ ਮਿਲਣਗੇ। ਵੀਡੀਓ ਦੇ ਐਂਡ ਤੱਕ ਜ਼ਰੂਰ। ਤਵਾ ਖੀਰ ਗੁਰੂ ਖਾਲਸਾ, ਇਹ ਜੋ ਰਚਨਾ ਹੈ ਇਹ ਕਿਹਨੇ ਰਚੀ ਸੀ, ਤੇ ਇਹ ਗਿਆਨ ਸਿੰਘ ਜੀ ਨੇ ਕੀਤੀ ਸੀ। ਇਸ ਨੂੰ ਉਹਨੇ 5 ਹਿੱਸਿਆਂ ਦੇ ਵਿੱਚ ਵੰਡਿਆ ਸੀ। ਇਹ ਜਿਵੇਂ ਪਹਿਲਾ ਕੁਐਸਚਨ ਇਹ ਹੋ ਗਿਆ, ਦੂਸਰਾ ਇਹ ਹੋ ਗਿਆ, ਠੀਕ ਹੈ। ਤੁਸੀਂ ਨੋਟਬੁੱਕ ਲਓ ਤੇ ਇਹ ਸਾਰਿਆਂ ਨੂੰ ਆਪਣੀ ਨੋਟਬੁੱਕ 'ਤੇ ਲਿਖ ਲਓ। ਪਤਾ ਕੀ ਹੁੰਦਾ, ਕਈ ਵਾਰ ਕੋਈ ਵੀ ਬੱਚਾ ਇਸ ਤਰ੍ਹਾਂ ਦਾ ਹੁੰਦਾ, ਇੱਕ ਗਰੀਬ ਪਰਿਵਾਰ ਦਾ ਹੁੰਦਾ, ਉਹਦੇ ਕੋਲ ਕੀ ਹੈ ਮਤਲਬ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਵਾਰ-ਵਾਰ ਬਹੁਤ ਸਾਰੀਆਂ ਕਿਤਾਬਾਂ ਖਰੀਦ ਕੇ ਅਤੇ ਉਹ ਕੀ ਹੈ ਐਗਜ਼ਾਮ ਦੀ ਤਿਆਰੀ ਕਰ ਸਕੇ। ਅਤੇ ਤੁਸੀਂ ਤੁਹਾਡੇ ਕੋਲ ਐਂਡਰੋਇਡ ਫੋਨ ਤਾਂ ਆਲਮੋਸਟ ਸਾਰਿਆਂ ਦੇ ਕੋਲ ਹੁੰਦੇ ਹਨ, ਤਾਂ ਕਰਕੇ ਕੀ ਹੈ ਤੁਸੀਂ ਇਹਨੂੰ ਕੋਈ ਵੀ ਹੈ ਆਪਣਾ ਐਗਜ਼ਾਮ ਅੱਜ ਕੱਲ੍ਹ ਮੋਬਾਈਲ ਦੇ ਥਰੂ ਅਸੀਂ ਤਿਆਰੀ ਕਰਦੇ ਹਾਂ, ਔਨਲਾਈਨ ਤਿਆਰੀ ਕਰ ਰਹੇ ਹਾਂ, ਤਾਂ ਤੁਸੀਂ ਇਹਨਾਂ ਨੂੰ ਕੀ ਇੱਕ ਨੋਟਬੁੱਕ ਲਓ ਅਤੇ ਪੈਨ ਲਓ ਅਤੇ ਇਹਨਾਂ ਨੂੰ ਲਿਖਦੇ ਜਾਓ, ਕਿਉਂਕਿ ਇਹ ਤੁਹਾਨੂੰ ਕਦੇ ਵੀ ਕਿਸੇ ਵੀ ਐਗਜ਼ਾਮ ਦੇ ਵਿੱਚ ਕੰਮ ਦੇ ਸਕਦੀਆਂ ਨੇ। ਜਿਵੇਂ ਅੱਗੋਂ ਆਪਾਂ ਪੜ੍ਹਦੇ ਹਾਂ ਕਿ ਇਹਨਾਂ ਨੂੰ 5 ਹਿੱਸਿਆਂ ਦੇ ਵਿੱਚ ਵੰਡਿਆ ਸੀ। ਇਹਦੇ ਵਿੱਚ ਸਿੱਖ ਕੌਮ ਤੋਂ ਸ਼ੁਰੂ ਤੋਂ ਲੈ ਕੇ ਜੋ ਸਿੱਖ ਕੌਮ ਹੋਈ ਉੱਥੋਂ ਲੈ ਕੇ ਅਤੇ ਰਾਜਨੀਤਿਕ ਪਤਨ, ਜਿਹੜੇ ਰਾਜਨੀਤਿਕ ਪਤਨ ਹੋਇਆ ਸੀ, ਜਿਵੇਂ ਗਾਂਧੀ ਜੀ ਦਾ ਪਤਨ ਆ ਗਿਆ ਹੈ ਨਾ, ਗਾਂਧੀ ਜੀ ਦਾ ਸਾਰਾ ਵੇਰਵਾ ਆ ਗਿਆ, ਸਾਰਾ ਇਹਦੇ ਵਿੱਚ ਦਿੱਤਾ ਗਿਆ ਸੀ। ਗੁਰੂ ਖਾਲਸਾ ਦੇ ਵਿੱਚ ਤਵਾ ਖੀਰ ਗੁਰੂ ਖਾਲਸਾ ਜੀ ਦੇ ਵਿੱਚ ਦਿੱਤਾ ਗਿਆ ਸੀਗਾ। ਇਹ ਕਿਹਨੇ ਲਿਖੀ ਅਤੇ ਜਿਵੇਂ ਹਿੱਸੇ ਕਿਵੇਂ ਹੁੰਦੇ ਹਨ, ਜਿਵੇਂ ਅਸੀਂ ਦੇਖਦੇ ਹਾਂ ਕਿ ਪੰਜਾਬੀ ਦੇ ਨਾਵਲ ਹੁੰਦੇ ਹਨ, ਉਹਦੇ ਜਿਵੇਂ ਨਾਵਲ ਦੇ ਕਾਂਡ ਲਿਖੇ ਹੁੰਦੇ ਨੇ, 22 ਕਾਂਡ 24 ਕਾਂਡ, ਇਸ ਤਰ੍ਹਾਂ ਇਹਨਾਂ ਦੇ ਵੀ ਹਿੱਸੇ ਲਿਖੇ ਹੁੰਦੇ ਹਨ। ਨੈਕਸਟ ਹੈ ਜੋ ਦੂਸਰੀ ਹੈ ਇਹ ਰਚਨਾ, ਇਹ ਦੂਸਰੀ ਸੂਰਜ ਪ੍ਰਕਾਸ਼ ਹੈ, ਠੀਕ ਹੈ। ਇਹ ਰਚਨਾ ਕਿਹਦੀ ਹੈ, ਭਾਈ ਸੰਤੋਖ ਸਿੰਘ ਦੀ ਇਹ ਰਚਨਾ ਹੈ ਅਤੇ ਉਹਨੇ ਇਹ ਜੋ ਰਚਨਾ ਸੀ 19ਵੀਂ ਸਦੀ ਦੇ ਵਿੱਚ ਕੀਤੀ ਸੀ ਅਤੇ ਕੀਤੀ ਕਲਪਨਾ ਅਤੇ ਅਤੀ ਕਥਨੀ ਸਮੇਤ ਹੋਣ ਕਰਕੇ ਇਸ ਦੀ ਇਤਿਹਾਸਿਕ ਮਹੱਤਤਾ ਜ਼ਿਆਦਾ ਨਹੀਂ ਹੋਈ, ਠੀਕ ਹੈ। ਇਹਦੇ ਮਤਲਬ ਕੀ ਸੀ, ਇਹਦੇ 'ਚ ਕਲਪਨਾ ਦੀ ਜੋ ਗੁੰਜਾਇਸ਼ ਜ਼ਿਆਦਾ ਸੀ, ਅਤੀ ਕਥਨੀ ਸੀ ਮਤਲਬ ਵਧਾ ਚੜਾ ਕੇ ਚੀਜ਼ ਕਹੀ ਜਾਣੀ, ਉਹਨੂੰ ਅਤੀ ਕਥਨੀ ਕਹਿੰਦੇ ਆ। ਕਲਪਨਾ ਹਰੇਕ ਚੀਜ਼ ਨੂੰ ਇਮੈਜਿਨ ਕਰ ਕਰਕੇ ਦੱਸੀ ਜਾਣਾ, ਇਸ ਕਿਤਾਬ ਦੇ ਵਿੱਚ ਹੈਗਾ ਸੀਗਾ। ਭਾਈ ਸੰਤੋਖ ਵੱਲੋਂ ਲਿਖੀ ਗਈ ਸੀਗੀ ਇਹ ਜੋ ਰਚਨਾ, ਤਾਂ ਕਰਕੇ ਇਹਦਾ ਕੀ ਹੈ, ਇਹਦਾ ਜ਼ਿਆਦਾ ਮਤਲਬ ਮਹੱਤਤਾ ਨਹੀਂ ਦਿੱਤੀ ਜਾਂਦੀ। ਹੋ ਸਕਦਾ ਤੁਹਾਨੂੰ ਐਗਜ਼ਾਮ ਦੇ ਵਿੱਚ ਚੀਜ਼ ਨਾ ਵੀ ਆਵੇ, ਹੋ ਸਕਦਾ ਆ ਵੀ ਜਾਏ, ਠੀਕ ਹੈ। ਨੈਕਸਟ ਹੈ ਕਿ ਭਾਈ ਮਿਹਰਬਾਨ ਜੀ ਦੀ ਜੋ ਜਨਮ ਸਾਖੀ ਸੀ, ਠੀਕ ਹੈ। ਹੁਣ ਇਹਦੇ ਵਿੱਚ ਕੀ ਕਿ ਆਧੁਨਿਕ ਵਿਦਵਾਨ ਇਸ ਜਨਮ ਸਾਖੀ ਨੂੰ ਬਹੁਤ ਇਤਿਹਾਸਾਂ ਮਹੱਤਵ ਦਿੰਦੇ ਹਨ, ਕਿਉਂਕਿ ਇਸ ਜਨਮ ਸਾਖੀ ਵਿੱਚ ਜੋ ਘਟਨਾਵਾਂ ਦਿੱਤੀਆਂ ਗਈਆਂ ਹਨ ਉਹ ਸੱਚੀਆਂ ਹਨ, ਠੀਕ ਹੈ। ਜਿਹੜੀ ਇਹ ਜਨਮ ਸਾਖੀ ਹੈ ਇਹ ਭਾਈ ਮਿਹਰਬਾਨ ਜੀ ਨੇ ਲਿਖੀ ਸੀ ਅਤੇ ਇਹਦੇ ਵਿੱਚ ਕੀ ਜਿਹੜੀਆਂ ਵੀ ਘਟਨਾਵਾਂ ਹੋਈਆਂ ਸੀ ਉਹਦੇ ਵਿੱਚ ਆਧੁਨਿਕ ਵਿਦਵਾਨ ਨੇ ਉਹ ਕੀ ਸੀ, ਸਾਰੀਆਂ ਸੱਚੀਆਂ ਸਨ, ਤਾਂ ਕਰਕੇ ਇਸ ਨੂੰ ਬਹੁਤ ਮਹੱਤਤਾ ਵੀ ਦਿੱਤੀ ਗਈ ਸੀ। ਨੈਕਸਟ ਹੈ ਭਾਈ ਬਾਲਾ ਜੀ ਦੀ ਜਨਮ ਸਾਖੀ। ਇਹ ਕੀ ਹੈ ਇਹਦੇ ਵਿੱਚ ਕਿ ਇਹ ਸਿੱਖ ਇਤਿਹਾਸਿਕ ਰੀਤੀ ਮੁਤਾਬਿਕ ਇਹ ਜਨਮ ਸਾਖੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਲਿਖੀ ਗਈ ਸੀਗੀ। ਇਹ ਪੁੱਛਿਆ ਜਾ ਸਕਦਾ ਹੈ ਭਾਈ ਬਾਲਾ ਜੀ ਦੀ ਜਨਮ ਸਾਖੀ ਕਿਸ ਦੇ ਸਮੇਂ ਦੇ ਦੌਰਾਨ ਲਿਖੀ ਗਈ ਸੀਗੀ, ਤਾਂ ਆਪਾਂ ਕਹਿ ਸਕਦੇ ਹਾਂ
ਗੁਰੂ ਅੰਗਦ ਦੇਵ ਜੀ ਦੇ ਸਮੇਂ ਲਿਖੀ ਗਈ ਸੀ, ਪਰੰਤੂ ਬਹੁਤੇ ਇਤਿਹਾਸਕਾਰ ਇਸ ਜਨਮ ਸਾਖੀ ਨੂੰ ਪ੍ਰਮਾਣਿਕ ਨਹੀਂ ਮੰਨਦੇ। ਠੀਕ ਹੈ, ਮੀਨਸ ਪ੍ਰਮਾਣ ਨਹੀਂ ਦਿੰਦੇ। ਕਿਤਾਬਾਂ ਤਾਂ ਬਹੁਤ ਸਾਰੇ ਲੇਖਕ ਲਿਖਦੇ ਹਨ, ਰਚਨਾਵਾਂ ਕਰਦੇ ਹਨ, ਲੇਖ ਲਿਖਦੇ ਹਨ। ਠੀਕ ਹੈ, ਮੈਂ ਹੁਣ ਇੱਥੇ ਹੈਗੀ ਹਾਂ, ਹੋ ਸਕਦਾ ਕਿ ਮੈਨੂੰ ਪੜ੍ਹਨ ਦਾ ਸ਼ੌਂਕ ਹੈ ਅਤੇ ਮੈਂ ਬਹੁਤ ਸਾਰੀ ਰਚਨਾ ਲਿਖਦਾ। ਠੀਕ ਹੈ, ਬਟ ਉਸ ਚੀਜ਼ ਨੂੰ ਮਾਨਤਾ ਵੀ ਤਾਂ ਚਾਹੀਦੀ ਨਾ, ਪ੍ਰਮਾਣਿਤ ਵੀ ਤਾਂ। ਨੈਕਸਟ ਹੈ ਸਿੱਖਾਂ ਦੀ ਭਗਤ ਮਾਲਾ। ਇਸ ਦੀ ਰਚਨਾ ਭਾਈ ਮਨੀ ਸਿੰਘ ਜੀ ਨੇ ਕੀਤੀ ਸੀ। ਇਸ ਵਿੱਚ ਗੁਰੂ ਸਾਹਿਬਾਨਾਂ ਦਾ ਜੀਵਨ ਬਿਰਤਾਂਤ ਅਤੇ ਪ੍ਰਸਿੱਧ ਸਿੱਖਾਂ ਦੇ ਬਾਰੇ ਜਾਣਕਾਰੀ ਦੇ ਨਾਲ ਨਾਲ ਤਤਕਾਲੀਨ ਸਮਾਜਿਕ ਜੀਵਨ ਸੰਬੰਧੀ ਵੀ ਗਿਆਨ ਹਾਸਿਲ ਹੁੰਦਾ ਹੈ। ਵੀ ਇਹਦੇ ਵਿੱਚ ਇਹ ਗੱਲ ਦੱਸੀ ਗਈ ਵੀ ਇਹ ਮਨੀ ਸਿੰਘ ਜੀ ਨੇ, ਭਾਈ ਮਨੀ ਸਿੰਘ ਜੀ ਨੇ ਇਹਦੀ ਰਚਨਾ ਕੀਤੀ ਅਤੇ ਇਹਦੇ ਵਿੱਚ ਗੁਰੂ ਸਾਹਿਬਾਨ ਦੇ ਜੋ ਸੀਗਾ ਉਹਨਾਂ ਦਾ ਬਿਰਤਾਂਤ, ਜੋ ਉਹਨਾਂ ਦਾ ਵਿਸਥਾਰ ਚੰਗੀ ਤਰ੍ਹਾਂ ਦਿੱਤਾ ਗਿਆ ਸੀਗਾ। ਇਹਦੇ ਵਿੱਚ ਪੂਰਾ ਅਰਥ ਦੱਸਿਆ ਗਿਆ ਸੀਗਾ, ਉਹਨਾਂ ਦੇ ਪ੍ਰਸਿੱਧ ਜੋ ਉਹਨਾਂ ਦੀ ਜਾਣਕਾਰੀ ਹੈ, ਨਾਲ ਨਾਲ ਤਤਕਾਲੀਨ ਸਮਾਜਿਕ ਜੋ ਜੀਵਨ ਸੀਗਾ ਉਹਨਾਂ ਦਾ, ਉਹ ਸਾਰੀ ਜਾਣਕਾਰੀ ਇਹ ਜੋ ਰਚਨਾ ਸੀਗੀ ਸਿੱਖਾਂ ਦੀ ਭਗਤ ਮਾਲਾ, ਇਹਦੇ ਵਿੱਚ ਉਹਨਾਂ ਨੇ ਦਰਜ ਕੀਤੀ ਸੀ। ਨੈਕਸਟ ਹੈਗੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ। ਠੀਕ ਹੈ, ਇਹ ਵੀ ਬਹੁਤ ਫੇਮਸ ਹੈ ਕਿਤਾਬ, ਇਹ ਰਚਨਾ। ਇਹਦੇ ਵਿੱਚ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਜਿਵੇਂ ਪਹਿਲਾਂ ਤਾਂ ਇਹ ਪੁੱਛਿਆ ਜਾ ਸਕਦਾ ਹੈ ਕਿ ਜੋ ਵਾਰਾਂ ਦੀ ਜੋ ਹੈਗੀ ਹੈ ਰਚਨਾ ਉਹ ਕਿਹਨਾਂ ਦੀ ਹੈ, ਅਤੇ ਉਹ ਹੈ ਭਾਈ ਗੁਰਦਾਸ ਜੀ ਦੀ। ਅਤੇ ਇਹ ਰਚਨਾ ਵਾਰਾਂ ਦੀ ਰਚਨਾ ਕੀਤੀ ਗਈ ਜਿਨ੍ਹਾਂ ਵਿੱਚ ਇਤਿਹਾਸਿਕ ਤੌਰ 'ਤੇ ਪਹਿਲੀ ਵਾਰ 10ਵੀਂ ਅਤੇ 14ਵੀਂ ਵਾਰ ਨੂੰ ਬਹੁਤ ਮਸ਼ਹੂਰ ਮੰਨਿਆ ਗਿਆ। ਠੀਕ ਹੈ, ਉਹਨਾਂ ਦੀ ਜਿਹੜੀਆਂ ਵੀ ਵਾਰਾਂ ਟੋਟਲ ਹੋਈਆਂ ਹਨ ਉਹਨਾਂ ਵਿੱਚ ਪਹਿਲੀ, 10ਵੀਂ ਅਤੇ 14ਵੀਂ ਨੂੰ ਮਸ਼ਹੂਰ ਮੰਨਿਆ ਗਿਆ। ਇਹ ਵੀ ਪੁੱਛਿਆ ਜਾ ਸਕਦਾ ਨਾ ਕਿਹੜੀਆਂ ਨੂੰ ਜ਼ਿਆਦਾ ਮਸ਼ਹੂਰ ਮੰਨਿਆ ਗਿਆ ਹੈ। ਨੈਕਸਟ ਹੈ ਕਿ ਜਨਮ ਸਾਖੀਆਂ। ਦੇਖੋ ਇਹਦੇ 'ਤੇ ਤਾਂ ਤੁਸੀਂ ਹੁਣੀ ਗੌਰ ਕਰੋਗੇ ਨਾ ਵੀ ਇਹਦੇ ਵਿੱਚੋਂ ਸਾਨੂੰ MCQs ਬਣਦੇ ਹਨ। ਜਨਮ ਸਾਖੀਆਂ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਬਣਦੇ ਹਨ। ਜਨਮ ਸਾਖੀਆਂ ਦੇ ਥਰੂ ਹੀ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 4 ਉਦਾਸੀਆਂ ਦਾ, ਉਹਨਾਂ ਦੇ ਜੀਵਨ ਕਾਲ ਦਾ ਸਾਰਾ ਪਤਾ ਲੱਗਿਆ ਸੀ। ਅਤੇ ਇਸ ਤਰ੍ਹਾਂ ਜਿਹੜੀਆਂ ਰਚਨਾਵਾਂ ਹੋਈਆਂ ਨੇ, ਇਹਨਾਂ ਰਚਨਾਵਾਂ ਤੋਂ ਅੱਗੇ ਜਾ ਕੇ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ, ਕਿਉਂਕਿ ਇਤਿਹਾਸ ਤਾਂ ਫਰੋਲਿਆਂ ਹੀ ਪਤਾ ਲੱਗਦਾ ਹੈ ਕਿ ਕਿਹੜਾ ਚੀਜ਼ ਕਿਸ ਤਰ੍ਹਾਂ ਹੋਈ। ਜੇ ਹੜੱਪਾ ਦੀ ਗੱਲ ਕਰੀਏ ਅਤੇ ਜੇ ਉਹਨਾਂ ਦੀ ਲਿਪੀ ਕੁਝ ਸਾਨੂੰ ਮਿਲੀ ਅਤੇ ਅਸੀਂ ਉਹ ਅੱਜ ਵੀ ਕਿਤਾਬਾਂ ਦੇ ਵਿੱਚ ਇਤਿਹਾਸ ਦੇ ਵਿੱਚ ਪੜ੍ਹ ਰਹੇ ਹਾਂ। ਜੇਕਰ ਸਾਨੂੰ ਨਾ ਮਿਲੀ ਹੁੰਦੀ ਤਾਂ ਅਸੀਂ ਉਸ ਨੂੰ ਨਹੀਂ ਪੜ੍ਹ ਪਾਉਣਾ ਸੀ। ਠੀਕ ਹੈ, ਹੁਣ ਜਨਮ ਸਾਖੀਆਂ ਦੀ ਗੱਲ ਕਰੀਏ, ਇਹ ਇੱਕ ਪ੍ਰਕਾਰ ਦੀਆਂ ਕਹਾਣੀਆਂ ਹੀ ਹਨ। ਇਹਨਾਂ ਜਨਮ ਸਾਖੀਆਂ ਤੋਂ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ। ਬਟ ਜਿਹੜੀ ਜਨਮ ਸਾਖੀ ਸੀਗੀ ਇਹਦੇ ਵਿੱਚ ਜ਼ਿਆਦਾਤਰ ਵੇਰਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੀਗਾ, ਸਾਰਾ ਹੀ ਸੀਗਾ ਕਰੀਬ ਜੋ ਵੇਰਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਉਹਨਾਂ ਦੀ 4 ਉਦਾਸੀਆਂ ਦਾ ਵੇਰਵਾ ਇਵੇਂ ਪੁੱਛਿਆ ਜਾ ਸਕਦਾ ਨਾ, 4 ਉਦਾਸੀਆਂ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਸੀ, ਉਹਨਾਂ ਦਾ ਜੋ ਇਹ ਸਾਨੂੰ ਪਤਾ ਕਿੱਥੋਂ ਲੱਗਦਾ ਹੈ ਤਾਂ ਉਹ ਕਹਿ ਸਕਦੇ ਹਾਂ ਨਾ ਜਨਮ ਸਾਖੀਆਂ ਤੋਂ। ਹੋਰ ਵੀ MCQs ਇਹਦੇ ਵਿੱਚ ਬਣ ਸਕਦੇ ਹਨ। ਨੈਕਸਟ ਹੈ ਕਿ ਪੁਰਾਤਨ ਜਨਮ ਸਾਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਸੇਵਾਦਾਸ ਜੀ ਦੀ ਲਿਖੀ ਹੋਈ ਹੈ। ਜਿਹੜੀ ਪੁਰਾਤਨ ਜਨਮ ਸਾਖੀ ਸੀ, ਉਹਦੇ ਵਿੱਚ ਆਲਮੋਸਟ ਜਿਵੇਂ ਉਦਾਸੀਆਂ ਦਾ ਜ਼ਿਕਰ ਕੀਤਾ ਗਿਆ ਸੀ, ਇਹ ਤੇ ਹੁਣ ਕੀ ਇਹਦੇ ਜੀਵਨ ਦਾ ਜ਼ਿਕਰ ਕੀਤਾ ਗਿਆ। ਇਹ ਕਿਹਨੇ ਲਿਖੀ ਸੀਗੀ ਰਚਨਾ? ਸੇਵਾਦਾਸ ਜੀ ਨੇ ਲਿਖੀ ਸੀ। ਇਹ ਜਨਮ ਸਾਖੀ ਬਹੁਤ ਯਕੀਨ ਕਰਨ ਯੋਗ ਮੰਨੀ ਜਾਂਦੀ ਹੈ। ਮੀਨਸ ਉਹ ਜੋ ਉਹਨਾਂ ਜਨਮ ਸਾਖੀ ਲਿਖੀ ਸੀ ਯਕੀਨ ਮੰਨਣ ਯੋਗ ਮੰਨੀ ਜਾਂਦੀ ਹੈ, ਤਾਂ ਕਿ ਜਦੋਂ ਇਹ ਚੀਜ਼ 'ਤੇ ਰਿਸਰਚ ਹੁੰਦੀ ਹੈ ਨਾ ਤਾਂ ਇੱਕ ਬੰਦਾ ਇਹ ਚੀਜ਼ ਗੱਲ ਕਹਿੰਦਾ, ਦੂਸਰਾ ਵੀ ਬੰਦਾ ਇਹ ਗੱਲ ਕਹਿੰਦਾ, ਤਾਂ ਫਿਰ ਉਹ ਕੀ ਹੈ ਪੂਰਾ ਇਹ ਸ਼ੋਰ ਹੋ ਜਾਂਦਾ ਕਿ ਹਾਂ ਵਾਕਈ ਇਹ ਚੀਜ਼ ਇਸ ਤਰ੍ਹਾਂ ਹੋਈ ਹੈ। ਨੈਕਸਟ ਹੈ ਦਸਮ ਗ੍ਰੰਥ। ਇਹ ਜੋ ਦਸਮ ਗ੍ਰੰਥ ਸੀ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ, ਜਿਸ ਦੀ ਸੰਪਾਦਨਾ ਭਾਈ ਮਨੀ ਜੀ ਨੇ ਕੀਤੀ ਸੀ। ਇਹ ਜੋ ਰਚਨਾਵਾਂ ਦਾ ਸੰਗ੍ਰਹਿ ਸੀਗਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸੀਗਾ। ਸੰਪਾਦਨਾ ਮੀਨਸ ਜਿਹੜਾ ਸੰਪਾਦਕ ਕੌਣ ਹੁੰਦਾ ਹੈ ਨਾ, ਜਿਹੜਾ ਪਬਲਿਸ਼ ਕਰਦਾ ਹੈ ਨਾ ਕਿਸੇ ਵੀ ਚੀਜ਼ ਨੂੰ, ਤਾਂ ਉਹ ਸੀਗਾ ਭਾਈ ਮਨੀ ਸਿੰਘ। ਇਹ 18 ਗ੍ਰੰਥਾਂ ਦਾ ਸੰਕਲਨ ਹੈ, ਜਿਸ ਵਿੱਚ ਅਕਾਲ ਉਸਤਤ, ਚੰਡੀ ਦੀ ਵਾਰ, ਜਪੂ ਜੀ ਸਾਹਿਬ, ਬਚਿੱਤਰ, ਨਾਟਕ ਆਦਿ ਰਚਨਾਵਾਂ ਸਾਰੀਆਂ ਇਹਦੇ ਵਿੱਚ ਦਰਜ ਹਨ। ਇਹਦੇ ਵਿੱਚ ਕਈ ਗ੍ਰੰਥਾਂ ਦੀ ਬਾਣੀਆਂ ਵੀ ਜਿਵੇਂ ਦਰਜ ਕੀਤੀਆਂ ਗਈਆਂ ਨੇ, ਜਿਵੇਂ ਇੱਥੇ ਲਿਖਿਆ ਨਾ 18 ਗ੍ਰੰਥਾਂ ਦੀਆਂ ਬਾਣੀਆਂ ਨੂੰ ਦਰਜ ਕੀਤਾ ਗਿਆ ਹੈ। ਇਹਦੇ ਵਿੱਚ ਵੀ ਚੰਡੀ ਦੀ ਵਾਰ, ਜਪੂ ਜੀ ਸਾਹਿਬ ਸਾਰੇ ਜੋ ਆ ਜਾਂਦੇ ਹਨ ਇਹਦੇ ਵਿੱਚ ਸ਼ਾਮਿਲ ਹੁੰਦੇ ਹਨ। ਇਹਦੇ 'ਤੇ ਵੀ MCQs ਬਹੁਤ ਬਣਦੇ ਹਨ ਕਿ ਦਸਮ ਗ੍ਰੰਥ ਕਿਹਨਾਂ ਦੁਆਰਾ ਲਿਖਿਆ ਗਿਆ, ਕਿਸ ਤਰ੍ਹਾਂ, ਹੈ ਨਾ, ਇਹ ਵੀ ਬਹੁਤ ਸਾਰੇ ਕੁਐਸਚਨ ਬਣਦੇ ਹਨ। ਨੈਕਸਟ ਹੈ ਮਹਿਮਾ ਪ੍ਰਕਾਸ਼। ਇਸ ਦੇ 2 ਭਾਗ ਹਨ। ਇਸ ਦਾ ਪ੍ਰਥਮ ਜੋ ਭਾਗ ਹੈ ਇਹਦੀ ਰਚਨਾ ਬਾਬਾ ਕਿਰਪਾਲ ਨੇ ਕੀਤੀ ਸੀਗੀ। ਹੁਣ ਇਹਦੇ 2 ਭਾਗ ਨੇ। ਠੀਕ ਹੈ, ਜਿਹੜੇ ਪਹਿਲੇ ਭਾਗ ਦੀ ਰਚਨਾ ਬਾਬਾ ਕਿਰਪਾਲ ਨੇ ਕੀਤੀ, ਦੂਜੇ ਭਾਗ ਦੀ ਰਚਨਾ ਸਰੂਪਦਾਸ ਪੱਲਾ ਨੇ ਕੀਤੀ ਸੀਗੀ।
ਪਹਿਲੇ ਭਾਗ ਵਿੱਚ ਸਿੱਖ ਇਤਿਹਾਸ ਦੇ ਨਾਲ ਮੁਗਲ ਰਾਜ ਵਿੱਚ ਹੋਈਆਂ ਘਟਨਾਵਾਂ ਦਾ ਵੇਰਵਾ ਹੈ। ਸਿੱਖ ਅਤੇ ਮੁਗਲ ਇਹ ਦੋਨੋਂ ਨਾਲ ਚੱਲਦੇ ਰਹੇ ਹਨ। ਅਤੇ ਦੂਸਰੇ ਹਿੱਸੇ ਦੇ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਦਾ ਬਿਰਤਾਂਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਠੀਕ ਹੈ, ਦੂਜੇ ਦੇ ਵਿੱਚ ਜਿਹੜੇ ਗੁਰੂਆਂ ਦੀਆਂ ਹੋਈ ਸੀਗੀ ਜ਼ਿੰਦਗੀ ਦੇ ਬਾਰੇ ਉਹ ਜਾਣਕਾਰੀ ਦਿੱਤੀ ਗਈ ਹੈ। ਨੈਕਸਟ ਹੈ ਗੁਰੂ ਸ਼ੋਭਾ। ਇਸ ਦੇ ਲੇਖਕ ਸੈਨਾਪਤ ਹਨ। ਇਸ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ 1699 ਤੋਂ 1708 ਈਸਵੀ ਤੱਕ ਦੀਆਂ ਘਟਨਾਵਾਂ ਦਾ ਉਲੇਖ ਹੈ ਨਾ। ਹੁਣ ਗੁਰੂ ਸ਼ੋਭਾ ਜੋ ਹੈਗੀ ਹੈ ਰਚਨਾ, ਇਹ ਸਾਰੀ ਦੀ ਸਾਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧ ਹੈ। ਉਹਨਾਂ ਦਾ ਪੂਰਾ ਜੀਵਨ, ਜਿੱਥੋਂ ਤੱਕ ਉਹਨਾਂ ਦਾ ਜਨਮ ਹੋਇਆ ਉਹਨਾਂ ਦੀ ਮੌਤ ਤੱਕ ਦਾ ਜੋ ਵੇਰਵਾ ਸਾਰਾ ਇਹਦੇ ਵਿੱਚ ਉਲੇਖ ਹੈਗਾ ਹੈ। ਨੈਕਸਟ ਹੈ ਕਿ ਗਿਆਨ ਰਤਨਾਵਲੀ। ਇਹ ਜੋ ਰਚਨਾ ਕਿਸ ਦੀ ਹੈ? ਇਸ ਦਾ ਲੇਖਕ ਭਾਈ ਮਨੀ ਸਿੰਘ ਸੀ। ਬੇਸ਼ੱਕ ਇਹ ਜਨਮ ਸਾਖੀ ਸੰਪੂਰਨ ਨਹੀਂ ਹੈ, ਪਰੰਤੂ ਇਸ ਵਿੱਚ ਲੜੀਵਾਰ ਘਟਨਾਵਾਂ ਦੇ ਵਰਣਨ ਕਾਰਨ ਇਸ ਦਾ ਇਤਿਹਾਸਿਕ ਮਹੱਤਵ ਜ਼ਿਆਦਾ ਹੈ। ਠੀਕ ਹੈ, ਇਹ ਭਾਈ ਮਨੀ ਸਿੰਘ ਨੇ ਲਿਖੀ ਸੀਗੀ। ਮਤਲਬ ਇਹਦਾ ਕੀ ਹੈ ਕਿ ਇੱਕ ਸੰਪੂਰਨ ਸਾਖੀ ਤਾਂ ਨਹੀਂ ਮੰਨੀ ਜਾਂਦੀ, ਬਟ ਫਿਰ ਵੀ ਕਹਿੰਦੇ ਨੇ ਇਹਦੇ 'ਚ ਜੋ ਘਟਨਾਵਾਂ ਹੈਗੀਆਂ ਨਾ ਉਹਨਾਂ ਦੇ ਵੇਰਵਾ ਦੇ ਕਾਰਨ ਉਹਦਾ ਕੀ ਇਤਿਹਾਸਿਕ ਮਹੱਤਵ ਮੰਨਿਆ ਜਾਂਦਾ ਹੈ, ਇਹ ਕਹਿ ਸਕਦੇ ਹਾਂ। ਨੈਕਸਟ ਹੈ ਹੁਣ ਇਹਦੇ ਵਿੱਚ ਅਸੀਂ ਜੋ ਪੰਜਾਬੀ ਦੀਆਂ ਜੋ ਲਿਖੀਆਂ ਰਚਿਤ ਰਚਨਾਵਾਂ ਸੀ, ਜੋ ਇੱਕ ਜਿਵੇਂ ਕਹਿ ਸਕੇ ਦਸਮ ਗ੍ਰੰਥ ਸੀਗਾ, ਉਹ ਹਿੰਦੀ ਦੇ ਵਿੱਚ ਲਿਖਿਆ ਗਿਆ ਸੀਗਾ। ਇਹ ਵੀ ਗੱਲ ਨਾਲ ਦੀ ਨਾਲ ਯਾਦ ਰੱਖ ਲਿਓ, ਜੋ ਦਸਮ ਗ੍ਰੰਥ ਸੀਗਾ ਹਿੰਦੀ ਦੇ ਵਿੱਚ ਲਿਖਿਆ ਗਿਆ ਸੀ। ਨੈਕਸਟ ਹੈ ਫਾਰਸੀ ਭਾਸ਼ਾ। ਠੀਕ ਹੈ, ਇਹਦੇ ਵਿੱਚ ਬਹੁਤ ਫੇਮਸ ਹੈਗਾ ਇਹ ਜੰਗਨਾਮਾ। ਇਹ ਜੋ ਰਚਨਾ ਸੀਗੀ ਇਹ ਕਾਜੀ ਨੂਰ ਮੁਹੰਮਦ ਨੇ ਕੀਤੀ ਸੀ। ਇਸ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਸਿੱਖਾਂ ਵਿੱਚ ਹੋਏ ਸੰਘਰਸ਼ ਦਾ ਉਲੇਖ ਕੀਤਾ ਗਿਆ ਹੈ। ਇਹ ਕਿੰਨੇ ਰਚਨਾ ਕੀਤੀ? ਕਾਜੀ ਨੂਰ ਮੁਹੰਮਦ ਨੇ ਕੀਤੀ ਸੀਗੀ। ਇਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਸਾਰਾ ਜੋ ਸਿੱਖਾਂ 'ਤੇ ਅਤਿਆਚਾਰ ਕਰਦਾ ਸੀਗਾ ਉਹਦਾ ਉਲੇਖ ਕੀਤਾ ਗਿਆ ਹੈ। ਵੈਰੀ ਇੰਪੋਰਟੈਂਟ ਹੈ ਇਹ ਚੀਜ਼। ਨੈਕਸਟ ਹੈ ਤੁਝ ਕੇ ਬਾਬਰੀ। ਠੀਕ ਹੈ, ਇਹਦੇ ਵਿੱਚ ਕੀ ਸੀਗੀ? ਇਹ ਬਾਬਰ ਦੀ ਆਤਮ ਕਥਾ ਹੈ। ਠੀਕ ਹੈ, ਇਹ ਬਾਬਰ ਦੀ ਆਤਮ ਕਥਾ ਹੋਣ ਦੇ ਨਾਲ 16ਵੀਂ ਸਦੀ ਦਾ ਇਹਦੇ ਵਿੱਚ ਵਰਣਨ ਕੀਤਾ ਗਿਆ ਹੈ, ਕਿਉਂਕਿ ਬਾਬਰ 16ਵੀਂ ਸਦੀ ਦਾ ਮੰਨਿਆ ਗਿਆ ਨਾ। ਬਾਬਰ ਅਤੇ ਗੁਰੂ ਨਾਨਕ ਦੇਵ ਜੀ ਇਹ ਕੀ ਸਨ? ਇੱਕ ਦੂਜੇ ਦੇ ਸਮਕਾਲੀ ਸੀ। ਇੱਕੋ ਮਤਲਬ ਜਿਵੇਂ ਕਹਿ ਸਕਦੇ ਹਾਂ ਸਦੀ ਦੇ ਵਿੱਚ ਪੈਦਾ ਹੋਏ ਸੀਗੇ। ਅਤੇ ਬਾਬਰ ਬਹੁਤ ਜ਼ੁਲਮ ਕਰਦਾ ਸੀਗਾ ਸਿੱਖਾਂ 'ਤੇ, ਅਤੇ ਉਹਦਾ ਇਹਦੇ ਵਿੱਚ ਤੁਝ ਕੇ ਬਾਬਰੀ ਦੇ ਵਿੱਚ ਪੂਰਾ ਦਾ ਪੂਰਾ ਬਾਬਰ ਦਾ ਹੀ ਵੇਰਵਾ ਦਿੱਤਾ ਗਿਆ। ਠੀਕ ਹੈ, ਉਹਦਾ ਸਮਾਜਿਕ ਜੀਵਨ ਮਹੱਤਵਪੂਰਨ ਜਾਣਕਾਰੀ ਸਾਨੂੰ ਮਿਲਦੀ ਹੈ। ਨੈਕਸਟ ਹੈ ਮੁਤਖਬ ਉਲ ਉਲਾਬ। ਇਹ ਜੋ ਹੈਗੀ ਹੈ ਇਸ ਦਾ ਲੇਖਕ ਕਾਫੀ ਖਾਨ ਸੀਗਾ। ਅਤੇ ਇਸ ਤੋਂ ਸਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਮੀਨਸ ਦੋਨਾਂ ਪਿਓ ਪੁੱਤ ਦੀ ਜੋ ਹੈਗੀ ਹੈ ਅਤੇ ਬੰਦਾ ਬਹਾਦਰ ਦੀ ਸਫਲਤਾਵਾਂ ਦਾ ਉਲੇਖ ਮਿਲਦਾ ਹੈ। ਜੋ ਉਹਨਾਂ ਨੇ ਲੜਾਈਆਂ ਲੜੀਆਂ ਸੀਗੀਆਂ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਬਹਾਦਰ ਨੇ, ਉਹਨਾਂ ਦੀ ਸਫਲਤਾਵਾਂ ਦਾ ਉਲੇਖ ਮਿਲਦਾ ਹੈ। ਮਤਲਬ ਸਫਲਤਾ ਆਪਾਂ ਨੂੰ ਜ਼ਿਆਦਾ ਮੰਨਦੇ ਹਾਂ, ਜਿੱਥੇ ਲੜਾਈਆਂ ਹੋਈਆਂ ਸਫਲ ਰਹੇ ਅਸਫਲ ਰਹੇ, ਮੀਨਸ ਸਾਰਾ ਦਾ ਸਾਰਾ ਉਲੇਖ ਸਾਨੂੰ ਮੁਤਖਬ ਉਲ ਉਲਾਬ ਦੇ ਵਿੱਚ ਮਿਲਦਾ ਹੈ। ਇਹ ਕੁਐਸਚਨ ਵੈਰੀ ਇੰਪੋਰਟੈਂਟ ਇਹਦੇ ਵਿੱਚ ਬਣ ਸਕਦੇ ਹਨ ਕਿ ਜਿਹੜੇ 3 ਨਾਮ ਦੱਸੇ ਗਏ ਹਨ ਇਹਨਾਂ ਦਾ ਜੋ ਲੇਖ ਹੈ, ਜਿਨ੍ਹਾਂ ਦੀ ਸਫਲਤਾਵਾਂ ਦਾ ਲੇਖ ਸਾਨੂੰ ਕਿਹੜੀ ਰਚਨਾ ਤੋਂ ਮਿਲਦਾ ਹੈ, ਜਾਂ ਇਸ ਤਰ੍ਹਾਂ ਕੁਝ ਵੀ ਕੁਐਸਚਨ ਬਣ ਸਕਦੇ ਹਨ, ਜਾਂ ਇਹ ਰਚਨਾ ਕਿਸ ਦੀ ਹੈ। ਨੈਕਸਟ ਹੈ ਜ਼ਫਰਨਾਮਾ। ਜ਼ਫਰਨਾਮਾ ਬਾਰੇ ਤਾਂ ਤੁਸੀਂ ਆਲਮੋਸਟ ਸਾਰਿਆਂ ਨੇ ਸੁਣਿਆ ਹੀ ਹੋਵੇਗਾ। ਠੀਕ ਹੈ, ਬਹੁਤ ਫੇਮਸ ਚੀਜ਼ ਹੈ ਕਿਉਂਕਿ ਇਸ ਅਸੀਂ 10ਵੀਂ ਤੋਂ ਲੈ ਕੇ ਅਸੀਂ ਪੜ੍ਹਦੇ ਹੀ ਆਏ ਹਾਂ ਜ਼ਫਰਨਾਮਾ। ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਲਿਖਿਆ ਫਾਰਸੀ ਭਾਸ਼ਾ ਵਿੱਚ ਪੱਤਰ ਹੈ, ਜਿਸ ਵਿੱਚ ਉਹਨਾਂ ਨੇ ਔਰੰਗਜ਼ੇਬ ਨੂੰ ਜ਼ੁਲਮਾਂ ਦੀ ਜਾਣਕਾਰੀ ਦੇਣ 'ਤੇ ਉਸ ਨੂੰ ਅਤਿਆਚਾਰ ਨੀਤੀ ਨੂੰ ਛੱਡਣ ਦੀ ਸਲਾਹ ਦਿੱਤੀ ਸੀਗੀ। ਜੋ ਜ਼ਫਰਨਾਮਾ ਸੀਗਾ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਨਾਂ ਨੂੰ ਲਿਖਿਆ ਸੀਗਾ? ਔਰੰਗਜ਼ੇਬ ਨੂੰ। ਕਿਹੜੀ ਭਾਸ਼ਾ ਦੇ ਵਿੱਚ? ਫਾਰਸੀ ਭਾਸ਼ਾ ਦੇ ਵਿੱਚ। ਪਹਿਲਾ ਕੁਐਸਚਨ, ਦੂਜਾ ਕੁਐਸਚਨ, ਤੀਸਰਾ ਕੁਐਸਚਨ ਅਤੇ ਚੌਥਾ ਇਹ ਬਣਦਾ ਕਿ ਜ਼ਫਰਨਾਮਾ ਕਿਹਨੇ ਲਿਖਿਆ ਸੀ? ਇਹ ਚੌਥਾ ਕੁਐਸਚਨ ਬਣ ਗਿਆ। ਠੀਕ ਹੈ, ਪੰਜਵਾਂ ਕੁਐਸਚਨ ਇਹ ਬਣ ਸਕਦਾ ਹੈ ਕਿ ਇਹਦੇ ਵਿੱਚ ਜੋ ਲੇਖ ਸੀ ਉਹ ਕੀ ਕੀਤਾ ਗਿਆ, ਮਤਲਬ ਕੀ ਇਹਦੇ ਵਿੱਚ ਲਿਖਿਆ ਗਿਆ, ਕਿਸ ਚੀਜ਼ ਬਾਰੇ ਲਿਖਿਆ ਗਿਆ। ਠੀਕ ਹੈ, ਇੱਦਾਂ ਦੇ ਕੁਐਸਚਨ ਬਣਦੇ ਹਨ MCQs। ਨੈਕਸਟ ਹੈ ਆਇਨੇ ਏ ਅਕਬਰੀ। ਇਹ ਜੋ ਸੀਗੀ ਰਚਨਾ ਇਸ ਦਾ ਲੇਖਕ ਅਬੁਲ ਫਜ਼ਲ ਸੀ। ਇਸ ਤੋਂ ਸਿੱਖ ਗੁਰੂ ਸਾਹਿਬਾਨਾਂ ਅਤੇ ਅਕਬਰ ਨਾਲ ਸੰਬੰਧਾਂ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈ। ਹੁਣ ਇਹਦੇ ਵਿੱਚ ਕੀ ਹੈ? ਅਕਬਰੀ ਦੇ ਸ਼ਬਦ ਆ ਗਿਆ। ਅਕਬਰੀ ਮੀਨਸ ਅਕਬਰ ਦਾ ਇਹਦੇ ਵਿੱਚ ਉਲੇਖ ਹੈ। ਠੀਕ ਹੈ, ਅਕਬਰ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਹ ਕਿਹਨੇ ਲਿਖਿਆ ਸੀਗਾ? ਅਬੁਲ ਫਜ਼ਲ ਨੇ ਲਿਖਿਆ ਸੀਗਾ।
ਤੇ ਇਹਦੇ ਵਿੱਚ ਕੀ ਹੈ, ਇਸ ਤੋਂ ਇਲਾਵਾ ਸਿੱਖ ਗੁਰੂ ਸਾਹਿਬਾਨਾਂ ਅਤੇ ਅਕਬਰ ਨਾਲ ਸੰਬੰਧ, ਇਹਨਾਂ ਦੋਨਾਂ ਦੇ ਜੋ ਸੰਬੰਧ ਸੀਗੇ ਗੁਰੂ ਸਿੱਖਾਂ ਦੇ ਅਕਬਰ ਦੇ ਨਾਲ, ਉਹਦਾ ਵੇਰਵਾ ਦਿੱਤਾ ਗਿਆ ਹੈ। ਨੈਕਸਟ, ਤੁਝ ਕੇ ਜਹਾਂਗੀਰ। ਹੁਣ ਕੀ ਹੈ, ਜਹਾਂਗੀਰ। ਜਹਾਂਗੀਰ ਦਾ ਅੱਗੋਂ ਵਿਸਥਾਰ ਹੋਇਆ ਸੀਗਾ ਅਕਬਰ ਤੋਂ ਬਾਅਦ, ਠੀਕ ਹੈ। ਅਕਬਰ ਤੋਂ ਬਾਅਦ ਮੁਗਲ ਜੋ ਬਾਦਸ਼ਾਹ ਸੀਗਾ ਉਹ ਜਹਾਂਗੀਰ ਸੀ। ਜਹਾਂਗੀਰ ਤੋਂ ਬਾਅਦ ਇੱਕ ਹੋਰ ਆਉਂਦਾ ਹੈ ਅਤੇ ਲਾਸਟ ਵਿੱਚ ਹੈਗਾ ਸੀਗਾ ਔਰੰਗਜ਼ੇਬ, ਠੀਕ ਹੈ। ਜਿਹੜਾ ਜਹਾਂਗੀਰ ਸੀ, ਇਹ ਜਹਾਂਗੀਰ ਦੀ ਆਤਮ ਕਥਾ ਹੈ, ਠੀਕ ਹੈ। ਤੁਝ ਕੇ ਜਹਾਂਗੀਰ ਆਤਮ ਕਥਾ ਮੀਨਸ ਉਹਦੀ ਸਾਰੀ ਜੀਵਨੀ ਹੈ, ਉਹਦੀ ਆਪ ਬੀਤੀ ਇਹਦੇ ਵਿੱਚ ਲਿਖੀ ਗਈ ਸੀਗੀ। ਇਸ ਤੋਂ ਸਾਨੂੰ ਉਸਦਾ ਵਕਤ ਅਤੇ ਉਹਦੇ ਬਾਰੇ ਜੋ ਉਹਨੇ ਪੰਜਾਬ ਬਾਰੇ ਬਹੁਤ ਇਤਿਹਾਸਿਕ ਜਾਣਕਾਰੀ ਸਾਨੂੰ ਮਿਲਦੀ ਹੈ, ਠੀਕ ਹੈ। ਨੈਕਸਟ ਹੈ ਤਵਾਰੀਖ ਏ ਪੰਜਾਬ। ਇਹ ਜੋ ਰਚਨਾ ਹੈ ਬੂਟੇ ਸ਼ਾਹ ਨੇ ਕੀਤੀ ਸੀਗੀ। ਇਸ ਵਿੱਚ ਗੁਰੂ ਕਾਲ ਤੇ 18ਵੀਂ ਸਦੀ ਵਿੱਚ ਸਿੱਖਾਂ ਦੇ ਸੰਘਰਸ਼ ਅਤੇ ਰਣਜੀਤ ਸਿੰਘ ਦੇ ਰਾਜ ਦੀਆਂ ਘਟਨਾਵਾਂ ਦੀ ਜਾਣਕਾਰੀ ਮਿਲਦੀ ਹੈ। 18ਵੀਂ ਸਦੀ ਤੋਂ ਲੈ ਕੇ ਰਣਜੀਤ ਸਿੰਘ ਦਾ ਜਿਹੜਾ ਕਾਲ ਸੀਗਾ, ਇਹਦੇ ਵਿੱਚ ਤਵਾਰੀਖ ਏ ਪੰਜਾਬ ਹੈ, ਠੀਕ ਹੈ। ਇਹ ਰਚਨਾ ਦੀ ਸਾਰੀ ਜਾਣਕਾਰੀ ਸਾਨੂੰ ਮਿਲਦੀ ਹੈ ਸਿੱਖਾਂ ਦੀ ਅਤੇ ਰਣਜੀਤ ਸਿੰਘ ਦੀ, ਠੀਕ ਹੈ। ਇਹਦੇ ਵਿੱਚ ਕੀ ਆ ਜਾਣਗੇ, ਸਾਰੀਆਂ ਮਿਸਲਾਂ ਵੀ ਆ ਜਾਣਗੀਆਂ, ਸਾਰਾ ਕੁਛ ਆ ਜਾਏਗਾ, ਠੀਕ ਹੈ। ਰਣਜੀਤ ਸਿੰਘ ਦਾ ਜੋ ਇਸ ਤੋਂ ਬਾਅਦ ਜੋ ਉਹਦੇ ਬੇਟਾ ਮੁੰਡਾ ਹੋਇਆ ਸੀਗਾ ਦਲੀਪ ਸਿੰਘ, ਉਹਦਾ ਵੀ ਵੇਰਵਾ ਇਹਦੇ ਵਿੱਚ ਦੇਖਣ ਨੂੰ ਮਿਲਦਾ ਹੈ। ਨੈਕਸਟ ਹੈ ਕਿ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਸਾਨੂੰ ਕਿਵੇਂ ਮਿਲਦੀ ਹੈ, ਠੀਕ ਹੈ, ਕਿ ਸਰੋਤਾਂ ਦੀ, ਉਹਦੇ ਵਿੱਚ ਥੋੜ੍ਹੇ ਜਿਹੇ ਪੁਆਇੰਟ ਹਨ, ਇਹ ਤੁਸੀਂ ਆਪਣੀ ਨੌਲੇਜ ਦੇ ਬੇਸ 'ਤੇ ਪੜ੍ਹ ਲਿਓ। ਕਿ ਇਤਿਹਾਸਿਕ ਚਿੱਤਰ ਦੇ ਸਿੱਕੇ ਅਤੇ ਇਮਾਰਤਾਂ ਇਹ ਪੰਜਾਬ ਦੇ ਇਤਿਹਾਸ ਲਈ ਇੱਕ ਬਹੁਤ ਵੱਡਾ ਸੋਮਾ ਅਤੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਅੰਮ੍ਰਿਤਸਰ, ਤਰਨਤਾਰਨ, ਕਰਤਾਰਪੁਰ ਅਤੇ ਪਾਉਂਟਾ ਸਾਹਿਬ ਆਦਿ ਨਗਰ ਵੱਖ-ਵੱਖ ਕਿਲ੍ਹਿਆਂ ਦਾ ਗੁਰਦੁਆਰਿਆਂ ਵਿੱਚ ਬਣੇ ਚਿੱਤਰਾਂ ਅਤੇ ਸਿੱਖ ਸਰਦਾਰਾਂ ਦੇ ਸਿੱਕਿਆਂ ਤੋਂ ਉਸ ਵਕਤ ਦੇ ਸਮਾਜ ਦਾ ਵਿਸ਼ੇਸ਼ ਚਾਨਣਾ ਪੈਂਦਾ ਹੈ। ਉਹ ਕਿਹਦੇ ਰਾਹੀਂ ਪੈਂਦਾ ਹੈ, ਮੀਨਸ ਇਹ ਗੱਲ ਦੱਸੇਗੀ ਕਿ ਸਰੋਤਾਂ ਦੇ ਥਰੂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਕੌਣ ਕਿੱਥੇ ਕਿਵੇਂ ਰਿਹਾ। ਜੇ ਮੰਨ ਕੇ ਚੱਲੋ ਹੜੱਪਾ ਹੈ, ਠੀਕ ਹੈ, ਹੜੱਪਾ ਜੋ ਹੈਗਾ ਇਹ ਜੇ ਪੰਜਾਬ ਦੇ ਵਿੱਚ ਸੰਗੋਲ ਹੈਗਾ, ਸੰਗੋਲ ਨਾਂ ਦਾ ਸਥਾਨ ਹੈ, ਠੀਕ ਹੈ। ਸੰਗੋਲ ਦੇ ਵਿੱਚ ਜਦੋਂ ਹੜੱਪਾ ਦੀਆਂ ਪੁਰਾਣੀਆਂ ਚੀਜ਼ਾਂ ਮਿਲੀਆਂ ਤਾਂ ਸਾਨੂੰ ਇਹ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਵੀ ਜੋ ਹੜੱਪਾ ਦੇ ਲੋਕ ਸੀ ਉਹ ਆਏ ਸੀਗੇ, ਉਹਨਾਂ ਦਾ ਸੱਭਿਆਚਾਰ ਪੰਜਾਬ ਦੇ ਵਿੱਚ ਸੀਗਾ। ਉਹ ਕਿੱਥੋਂ ਪਤਾ ਲੱਗਿਆ, ਜਦੋਂ ਉਹਨਾਂ ਦੀ ਪੁਰਾਣੀਆਂ ਤਾਂਬੇ ਦੀ, ਕਾਂਸੇ ਦੀ, ਇੱਦਾਂ ਮਤਲਬ ਕੋਈ ਵੀ ਉਹਨਾਂ ਦੀ ਚੀਜ਼ਾਂ ਮਿਲੀਆਂ ਸੀ, ਉੱਥੋਂ ਪਤਾ ਲੱਗਦਾ ਹੈ। ਅਤੇ ਇਸ ਤਰ੍ਹਾਂ ਸੀ ਇਹਨਾਂ ਦੇ ਚਿੱਤਰ, ਸਿੱਕੇ, ਇਮਾਰਤਾਂ, ਇਹਨਾਂ ਤੋਂ ਕੀ ਪਤਾ ਲੱਗਦਾ ਹੈ ਕਿ ਉਸ ਸਮੇਂ ਦਾ ਪਤਾ ਲੱਗਦਾ ਹੁੰਦਾ ਹੈ, ਠੀਕ ਹੈ। ਨੈਕਸਟ ਹੈ ਪੱਟ ਵਹੀਆਂ। ਵਹੀਆਂ ਕੀ ਹੁੰਦੀਆਂ ਹਨ, ਜਿਵੇਂ ਵਹੀ ਖਾਤਾ ਹੁੰਦਾ ਹੈ, ਜਿਵੇਂ ਆਪਾਂ ਦੁਕਾਨ 'ਤੇ ਜਾਂਦੇ ਹਾਂ, ਕੁਛ ਲੋਕ ਉਧਾਰਕਾਰ ਆਉਂਦੇ ਹਨ, ਹੈ ਨਾ, ਕਿਉਂਕਿ ਇੱਕ ਕਿਤਾਬ 'ਤੇ ਲਿਖਿਆ ਜਾਂਦਾ ਹੈ, ਠੀਕ ਹੈ, ਉਹਨਾਂ ਦਾ ਵੇਰਵਾ ਲਿਖਿਆ ਜਾਂਦਾ, ਉਹਨੂੰ ਕੀ ਕਹਿੰਦੇ ਨੇ, ਵਹੀ ਖਾਤਾ ਲਿਖਿਆ ਜਾਂਦਾ ਹੈ ਨਾ, ਉਹਨੂੰ ਕੀ ਕਹਿ ਸਕਦੇ ਹਾਂ, ਪੱਟ ਵਹੀਆਂ। ਇਹਨਾਂ ਤੋਂ ਸਾਨੂੰ ਸਿੱਖ ਗੁਰੂਆਂ ਦੇ ਜੀਵਨ ਬਾਰੇ ਬਹੁਤ ਨਵੀਂ ਜਾਣਕਾਰੀ ਹਾਸਿਲ ਹੋਈ ਹੈ। ਪੱਟ ਵਹੀਆਂ ਤੋਂ ਗੁਰੂ ਸਿੱਖਾਂ ਦੇ ਜੀਵਨ ਦੀ ਨਵੀਂ ਜਾਣਕਾਰੀ ਹਾਸਿਲ ਹੋਈ ਹੈ। ਨੈਕਸਟ ਹੈ ਵਿਦੇਸ਼ੀ ਮੁਸਾਫਰਾਂ ਅਤੇ ਅੰਗਰੇਜ਼ਾਂ ਦੀਆਂ ਲਿਖਤਾਂ। ਵਿਦੇਸ਼ੀ ਮੁਸਾਫਰਾਂ ਅਤੇ ਅੰਗਰੇਜ਼ਾਂ ਦੀ ਲਿਖਤਾਂ ਵੀ ਪੰਜਾਬ ਦੇ ਇਤਿਹਾਸ ਦੇ ਨਿਰਮਾਣ ਵਿੱਚ ਅਹਿਮ ਯੋਗ ਦਿੰਦੀਆਂ ਹਨ। ਇਹਨਾਂ ਵਿੱਚ ਮੈਲਕਮ ਦੀ ਸਕੈਚ ਆਫ ਸਿੰਘਸ, ਕੈਪਟਨ ਉਸਥਾਰਨ ਦੀ ਕੋਟ ਐਂਡ ਕੈਂਪ ਆਫ ਰਣਜੀਤ ਸਿੰਘ ਅਤੇ ਕਨਿੰਘਮ ਦੁਆਰਾ ਰਚਿਤ ਹਿਸਟਰੀ ਆਫ ਸਿੱਖਸ ਪ੍ਰਮੁੱਖ ਹਨ, ਠੀਕ ਹੈ। ਇਹ ਕੀ ਹਨ, ਕੁਛ ਕਿਤਾਬਾਂ ਦੇ ਨਾਮ ਹਨ, ਜਾਂ ਕੁਛ ਚੀਜ਼ਾਂ ਦੇ ਨਾਮ ਹਨ। ਇਹ ਕੀ ਹੈ, ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਤੁਸੀਂ ਇਸ ਤਰ੍ਹਾਂ ਲਿਖ ਲਿਓ। ਨੈਕਸਟ ਹੈ ਖਾਲਸਾ ਦਰਬਾਰ ਰਿਕਾਰਡ। ਇਹ ਕੀ ਹੈ, ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਦੇ ਸਰਕਾਰੀ ਰਿਕਾਰਡ ਹਨ। ਇਹ ਫਾਰਸੀ ਭਾਸ਼ਾ ਵਿੱਚ ਹਨ ਅਤੇ ਇਹਨਾਂ ਦੀ ਗਿਣਤੀ 1 ਲੱਖ ਤੋਂ ਵੀ ਜ਼ਿਆਦਾ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੀਆਂ ਘਟਨਾਵਾਂ ਦੀ ਮਹੱਤਵਪੂਰਨ ਰੌਸ਼ਨੀ ਪਾਉਂਦਾ ਹੈ, ਠੀਕ ਹੈ। ਹੁਣ ਜੋ ਖਾਲਸਾ ਦਰਬਾਰ ਦਾ ਰਿਕਾਰਡ ਸੀ, ਉਹਦੇ ਵਿੱਚ ਕੀ ਸੀਗਾ, ਜੋ ਰਿਕਾਰਡ ਹੈ ਉਹਦੇ ਦੌਰਾਨ ਕੀ ਹੈ, ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਪਤਾ ਲੱਗਦਾ ਹੈ ਕਿ ਉਹਦਾ ਰਿਕਾਰਡ ਕੀ ਸੀ, ਉਹਦੀ ਭਾਸ਼ਾ ਕਿਹੜੀ ਸੀ, ਭਾਸ਼ਾ ਉਹਦੀ ਫਾਰਸੀ ਸੀਗੀ, ਠੀਕ ਹੈ। ਅਤੇ ਉਹਦੇ ਵਿੱਚ ਕੀ ਕੀ ਸੀਗਾ, ਕੀ ਨਹੀਂ ਸੀਗਾ, ਇਹ ਸਾਰੀਆਂ ਜਾਣਕਾਰੀਆਂ ਸਾਨੂੰ ਕਿੱਥੋਂ ਮਿਲਦੀਆਂ ਹਨ, ਜਿਹੜੇ ਪੁਰਾਣੇ ਪਏ ਸਿੱਕਿਆਂ, ਇਮਾਰਤਾਂ ਤੋਂ, ਸਾਰੀਆਂ ਚੀਜ਼ਾਂ ਤੋਂ ਹੀ ਸਾਰੀ ਜਾਣਕਾਰੀ ਮਿਲਦੀ ਹੈ। ਇਹ ਸੀ ਅੱਜ ਦੀ ਸਾਰੀ ਜਾਣਕਾਰੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ, ਲਾਈਕ ਕਰਿਓ, ਚੈਨਲ 'ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਦੇਖੋ ਮੈਂ ਐਜੂਕੇਸ਼ਨ ਦੀ ਇੱਦਾਂ ਦੀ ਵੀਡੀਓ ਬਣਾਉਂਦੀ ਰਹਿੰਦੀ ਹਾਂ। ਜੇਕਰ ਤੁਸੀਂ ਐਜੂਕੇਸ਼ਨ ਦੀ ਤਿਆਰੀ ਕਰਨਾ ਚਾਹੁੰਦੇ ਹੋ, ਜੇਕਰ ਤੁਸੀਂ ਪੋਰਟੇਬਲ ਨਹੀਂ ਕਰ ਸਕਦੇ ਕੋਈ ਵੀ ਔਨਲਾਈਨ ਕੋਚਿੰਗ ਕਿਸੇ ਦੀ, ਜਾਂ ਜਿਵੇਂ ਕੋਈ ਹੈਗੇ ਆ ਅਕੈਡਮੀ ਨੂੰ ਮਤਲਬ ਪਰਚੇਸ ਨਹੀਂ ਕਰ ਸਕਦਾ, ਤਾਂ ਤੁਸੀਂ ਇਸ ਚੈਨਲ ਨਾਲ ਜੁੜੋ, ਤੁਹਾਨੂੰ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਾਈ ਜਾਵੇਗੀ। ਧੰਨਵਾਦ ਜੀ।